Hello students of class plus 1, welcome back to my class. Dear students, ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਚੈਪਟਰ The Earth is not ours ਦੇ ਸ਼ਾਰਟ ਕੁਐਸਚਨਸ। ਬੇਟਾ ਇਹ ਕੁਐਸਚਨ ਤੁਹਾਨੂੰ 2 ਮਾਰਕਸ ਦੇ ਆਉਂਦੇ ਹੈ, ਸੋ ਆਪਾਂ ਇਹਨਾਂ ਨੂੰ ਅੱਜ ਡਿਸਕਸ ਕਰਦੇ ਹਾਂ। ਕੁਐਸਚਨ ਨੰਬਰ 1, what is the meaning of globalization? ਗਲੋਬਲਾਈਜੇਸ਼ਨ ਹੁੰਦਾ ਵਿਸ਼ਵੀਕਰਨ। ਵਿਸ਼ਵੀਕਰਨ ਦਾ ਮੀਨਿੰਗ ਕੀ ਹੈ? ਤਾਂ ਆਨਸਰ ਹੈ ਦ ਕਮਿੰਗ ਟੂਗੈਦਰ of different cultures and economic systems around the world is called globalization। ਤਾਂ ਬੇਟਾ ਦੁਨੀਆ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜੋ ਸੱਭਿਆਚਾਰ ਹੈ, ਡਿਫਰੈਂਟ ਕਲਚਰਸ ਦਾ ਮੀਨਿੰਗ ਇਹ ਹੈ ਵੀ ਜੋ ਅਲੱਗ-ਅਲੱਗ ਸੱਭਿਆਚਾਰ ਹੈ ਅਤੇ ਇਕਨੋਮਿਕ ਸਿਸਟਮ ਹੈ, ਇਕਨੋਮਿਕ ਅਤੇ ਆਰਥਿਕ ਸਿਸਟਮ ਹੈ ਜੋ ਉਹਨਾਂ ਦੇ ਇਕੱਠੇ ਹੋਣ ਨੂੰ ਵਿਸ਼ਵੀਕਰਨ ਕਿਹਾ ਜਾਂਦਾ ਹੈ। ਕੁਐਸਚਨ ਨੰਬਰ 2, what are the dangers of globalization? ਡੇਂਜਰਸ ਹੁੰਦਾ ਖਤਰੇ। ਗਲੋਬਲਾਈਜੇਸ਼ਨ ਦੇ ਖਤਰੇ ਕੀ ਹਨ? ਆਨਸਰ ਇਜ਼ ਕ੍ਰਾਈਮਸ। ਕ੍ਰਾਈਮਸ ਮੀਨਿੰਗ ਜੁਰਮ, ਡਰੱਗਸ, ਨਸ਼ੇ, ਟੈਰਰਿਜ਼ਮ, ਆਤੰਕਵਾਦ, ਡਿਸੀਜ਼ਜ਼ ਬਿਮਾਰੀਆਂ ਐਂਡ ਵੈਪਨਸ ਹਥਿਆਰ ਆਰ ਦਾ ਡੇਂਜਰਸ ਆਫ ਗਲੋਬਲਾਈਜੇਸ਼ਨ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਵਿਸ਼ਵੀਕਰਨ ਦੇ ਖਤਰੇ ਹੈ। ਬੇਟੇ ਇਹ ਸਾਰੇ ਕੁਐਸਚਨ ਅਸੀਂ ਮਾਈਂਡ ਮੈਪ ਦੇ ਵਿੱਚ ਵੀ ਕੀਤੇ ਹੋਏ ਹੈ। ਅਗਰ ਤੁਹਾਡੇ ਤੋਂ ਇਸ ਤਰ੍ਹਾਂ ਲਾਈਨਾਂ ਵਾਲੇ ਨਾ ਯਾਦ ਹੋਣ ਤਾਂ ਮਾਈਂਡ ਮੈਪ ਵਾਲੇ ਹੀ ਆਨਸਰ ਤੁਸੀਂ ਲਿਖ ਸਕਦੇ ਹੋ। ਕੁਐਸਚਨ ਨੰਬਰ 3, what are the benefits of globalization? ਬੈਨੀਫਿਟਸ ਹੁੰਦੇ ਆ ਫਾਇਦੇ। ਗਲੋਬਲਾਈਜੇਸ਼ਨ ਦੇ ਫਾਇਦੇ ਕੀ ਹਨ? ਇਹਦੇ ਵਿੱਚੋਂ ਹੀ ਬੇਟਾ ਆਪਾਂ ਸੈਂਟੈਂਸ ਸ਼ੁਰੂ ਕਰਾਂਗੇ। ਦ ਬੈਨੀਫਿਟਸ ਆਫ ਗਲੋਬਲਾਈਜੇਸ਼ਨ ਆਰ। ਆਹ ਪੂਰੀ ਲਾਈਨ ਹੈ ਬੇਟਾ ਜਿਹੜੀ ਉਹ ਮੈਂ ਕੁਐਸਚਨ ਦੇ ਵਿੱਚੋਂ ਹੀ ਇੱਥੋਂ ਤੱਕ ਲੈ ਲਈ ਹੈ। ਉਸ ਤੋਂ ਅੱਗੇ ਆਪਾਂ ਪੁਆਇੰਟਸ ਲਿਖ ਦੇਣੇ ਹੈ ਜਿਹੜੇ ਆਪਾਂ ਮਾਈਂਡ ਮੈਪ 'ਚ ਕੀਤੇ ਉਹੀ ਲਿਖ ਦਿਓ ਚਾਹੇ ਦੀ। ਫਾਸਟਰ ਗਰੋਥ, ਹਾਇਰ ਲਿਵਿੰਗ ਸਟੈਂਡਰਡ। ਫਾਸਟਰ ਗਰੋਥ ਹੁੰਦਾ ਹੈ ਤੇਜ਼ ਤਰੱਕੀ। ਰਹਿਣ ਸਹਿਣ ਦਾ ਜੋ ਸਾਡਾ ਸਟੈਂਡਰਡ ਹੈ, ਜੀਵਨ ਪੱਧਰ ਹੈ, ਉਹ ਉੱਚਾ ਹੋਇਆ ਹੈ। ਮੋਰ ਗਰੋਥ ਰੇਟ, ਤਰੱਕੀ ਦੀ ਦਰ ਵਿੱਚ ਵਾਧਾ। ਨਿਊ ਅਪਰਚੁਨਿਟੀਜ਼ ਫॉर ਇਕਨੋਮਿਕ ਡਿਵੈਲਪਮੈਂਟ। ਇਕਨੋਮਿਕ ਹੁੰਦਾ ਆਰਥਿਕ, ਆਰਥਿਕ ਵਿਕਾਸ ਦੇ ਨਵੇਂ ਮੌਕੇ। ਅਪਰਚੁਨਿਟੀਜ਼ ਹੁੰਦਾ ਹੈ ਮੌਕੇ। ਐਂਡ ਬੈਟਰ ਅੰਡਰਸਟੈਂਡਿੰਗ ਬਿਟਵੀਨ ਨੇਸ਼ਨਸ। ਅਤੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਜੋ ਅੰਡਰਸਟੈਂਡਿੰਗ ਹੈ ਉਹ ਬੈਟਰ ਹੋਈ ਹੈ, ਵਧੀਆ ਹੋਈ ਹੈ। ਸੋ ਬੇਟਾ ਚਾਹੇ ਤੁਸੀਂ ਇਹ 5 ਪੁਆਇੰਟਸ ਵੈਸੇ ਲਿਖ ਦਿਓ। ਫਾਸਟਰ ਗਰੋਥ, ਹਾਇਰ ਲਿਵਿੰਗ ਸਟੈਂਡਰਡਸ, ਮੋਰ ਗਰੋਥ ਰੇਟ, ਨਿਊ ਅਪਰਚੁਨਿਟੀਜ਼ ਫॉर ਇਕਨੋਮਿਕ ਡਿਵੈਲਪਮੈਂਟ ਐਂਡ ਬੈਟਰ ਅੰਡਰਸਟੈਂਡਿੰਗ ਬਿਟਵੀਨ ਨੇਸ਼ਨਸ। ਜਿੰਨੇ ਵੀ ਪੁਆਇੰਟ ਤੁਹਾਨੂੰ ਯਾਦ ਰਹਿੰਦੇ ਤੁਸੀਂ ਉਨੇ ਲਿਖ ਸਕਦੇ ਹੋ। ਕੁਐਸਚਨ ਨੰਬਰ 4, what is the overarching challenge of our times? ਚੈਲੰਜ ਹੁੰਦਾ ਚੁਣੌਤੀ। ਸਾਡੇ ਸਮੇਂ ਦੀ ਵੱਡੀ ਚੁਣੌਤੀ ਕੀ ਹੈ? ਤਾਂ ਬੇਟਾ ਜਿਹੜਾ ਆਪਣਾ ਆਨਸਰ ਹੈ ਨਾ ਉਹ ਆਪਾਂ ਕੁਐਸਚਨ ਦੇ ਵਿੱਚੋਂ ਹੀ ਲਵਾਂਗੇ, ਇੱਥੋਂ ਹੀ ਸਟਾਰਟ ਕਰਾਂਗੇ। ਦ ਓਵਰਆਰਕਿੰਗ ਚੈਲੰਜ ਆਫ ਆਵਰ ਟਾਈਮਸ ਇਜ਼ ਆਪਾਂ ਲਾਣਾ ਕੁਐਸਚਨ ਦੇ ਵਿੱਚ ਹੀ ਲੱਗਿਆ ਹੋਇਆ ਹੈ। ਟੂ ਮੇਕ ਗਲੋਬਲਾਈਜੇਸ਼ਨ। ਟੂ ਮੇਕ ਗਲੋਬਲਾਈਜੇਸ਼ਨ ਦਾ ਮਤਲਬ ਹੈ ਵਿਸ਼ਵੀਕਰਨ ਆਪਾਂ ਇਸ ਤਰ੍ਹਾਂ ਦਾ ਬਣਾਈਏ, ਮੀਨ ਮੋਰ ਦੈਨ ਬਿਗਰ ਮਾਰਕੀਟਸ, ਕਿ ਇਸ ਦਾ ਅਰਥ ਹੋਵੇ ਜ਼ਿਆਦਾ ਵੱਡੀ ਮਾਰਕੀਟ। ਕੁਐਸਚਨ ਨੰਬਰ 5, ਵਟ ਫੰਡਾਮੈਂਟਲ ਫਰੀਡਮ ਡਜ਼ ਦਾ ਆਊਥਰ ਟਾਕ ਅਬਾਊਟ? ਰਾਈਟਰ ਕਿਹੜੀਆਂ ਫੰਡਾਮੈਂਟਲ ਫਰੀਡਮ ਹੁੰਦਾ ਹੈ ਮੁੱਢਲੀ ਆਜ਼ਾਦੀ ਦੀਆਂ ਗੱਲਾਂ ਕਰਦਾ ਹੈ। ਹੀ ਟਾਕਸ ਅਬਾਊਟ 3 ਫੰਡਾਮੈਂਟਲ ਫਰੀਡਮਸ। ਉਹ 3 ਮੁੱਢਲੀਆਂ ਆਜ਼ਾਦੀਆਂ ਦੀ ਗੱਲ ਕਰਦਾ ਹੈ। ਕਿਹੜੀਆਂ ਉਹ? ਫਰੀਡਮ ਫਰੋਮ ਵਾਂਟ। ਵਾਂਟ ਮੀਨਿੰਗ ਇੱਥੇ ਕਮੀ ਤੋਂ ਆਜ਼ਾਦੀ, ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ। ਦੂਸਰਾ ਹੈ ਫਰੀਡਮ ਫਰੋਮ ਫੀਅਰ, ਡਰ ਤੋਂ ਆਜ਼ਾਦੀ ਹੋਵੇ, ਕਿਸੇ ਤਰ੍ਹਾਂ ਦਾ ਕੋਈ ਡਰ ਨਾ ਹੋਵੇ। ਐਂਡ ਫਰੀਡਮ ਆਫ ਫਿਊਚਰ ਜਨਰੇਸ਼ਨਸ ਟੂ ਸਸਟੇਨ ਦੇਅਰ ਲਾਈਵਸ ਔਨ ਅਰਥ। ਅਤੇ ਤੀਸਰਾ ਹੈ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਧਰਤੀ 'ਤੇ ਆਪਣਾ ਜੀਵਨ ਕਾਇਮ ਰੱਖਣ ਦੀ ਆਜ਼ਾਦੀ ਹੋਵੇ। Next question is, why can't we say that human beings are not yet
फ्री एंड ईक्वल। असी ये गल क्यों नहीं कह सकते कि जो ह्यूमन बीइंग्स है, इंसान है, हजे भी आज़ाद ते बराबर नहीं हैगे? इट इज़ बिकॉज ओवर ए बिलियन ऑफ पीपल, बिलियन हो गया 100 करोड़, ਸਰਵਾਈਵ ਹੁੰਦਾ ਗੁਜ਼ਾਰਾ ਕਰਨਾ ਔਨ ਲੈਸ ਦੈਨ $1 ਅ ਡੇ, ਕਿਉਂਕਿ ਕੋਈ 100 ਕਰੋੜ ਲੋਕ ਹੈ ਜਿਹੜੇ ਉਹ ਇੱਕ ਦਿਨ ਦੇ ਵਿੱਚ $1 ਤੋਂ ਵੀ ਘੱਟ 'ਤੇ ਗੁਜ਼ਾਰਾ ਕਰਦੇ ਹੈ। ਐਂਡ ਲਿਵ ਵਿਦਾਊਟ ਸੇਫ ਡਰਿੰਕਿੰਗ ਵਾਟਰ ਐਂਡ ਸੈਨੀਟਰੀ ਕੰਡੀਸ਼ਨਸ, ਉਹਨਾਂ ਨੂੰ ਪੀਣ ਦੇ ਲਈ ਸੇਫ ਡਰਿੰਕਿੰਗ ਵਾਟਰ ਵੀ ਨਹੀਂ ਹੈ ਉਹਨਾਂ ਕੋਲੇ, ਅਤੇ ਸੈਨੀਟਰੀ ਕੰਡੀਸ਼ਨਸ ਹੁੰਦੀਆਂ ਸਾਫ ਸਫਾਈ ਦੀਆਂ ਹਾਲਤਾਂ। ਅਤੇ 100 ਕਰੋੜ ਤੋਂ ਜ਼ਿਆਦਾ ਲੋਕ ਹੈ ਜਿਹੜੇ ਉਹ ਹਰ ਰੋਜ਼ ਇੱਕ ਦਿਨ ਵਿੱਚ $1 ਤੋਂ ਵੀ ਘੱਟ ਪੈਸਿਆਂ ਦੇ ਵਿੱਚ ਗੁਜ਼ਾਰਾ ਕਰਦੇ ਹੈ। ਨਾ ਹੀ ਉਹਨਾਂ ਕੋਲੇ ਸੇਫ ਡਰਿੰਕਿੰਗ ਵਾਟਰ ਹੈ ਅਤੇ ਨਾ ਹੀ ਉਹਨਾਂ ਕੋਲੇ ਸਾਫ ਸਫਾਈ ਦੀਆਂ ਹਾਲਤਾਂ ਵਧੀਆ। ਕੁਐਸਚਨ ਨੰਬਰ 7, ਵਟ ਡਜ਼ ਦਾ ਆਊਥਰ ਸੇ ਅਬਾਊਟ ਇੰਟਰਨਲ ਵਾਰਸ? ਰਾਈਟਰ ਜਿਹੜੇ ਇੰਟਰਨਲ ਵਾਰਸ ਹੈ, ਅੰਦਰੂਨੀ ਯੁੱਧ ਹੈ, ਉਹਨਾਂ ਬਾਰੇ ਕੀ ਕਹਿੰਦਾ ਹੈ? ਆਨਸਰ ਹੈ ਇਸ ਦਾ ਇਨ ਦਾ ਲਾਸਟ ਡਿਕੇਡ, ਡਿਕੇਡ ਹੁੰਦਾ ਹੈ ਦਹਾਕਾ, ਮਗਰਲੇ ਦਹਾਕੇ ਦੇ ਵਿੱਚ, ਦਹਾਕਾ ਮੀਨਿੰਗ 10 ਸਾਲਾਂ ਦਾ ਜੋ ਟਾਈਮ ਹੈ, ਟਨਿਓਰ ਹੈ, ਉਹਨੂੰ ਆਪਾਂ ਕਹਿੰਦੇ ਹਾਂ। ਮੋਰ ਦੈਨ 5 ਮਿਲੀਅਨ ਪੀਪਲ ਹੈਵ ਬਿਨ ਕਿਲਡ ਇਨ ਇੰਟਰਨਲ ਵਾਰਸ। ਪਿਛਲੇ ਦਹਾਕੇ ਵਿੱਚ ਅੰਦਰੂਨੀ ਯੁੱਧਾਂ ਨੇ, ਇੰਟਰਨਲ ਵਾਰਸ ਨੇ 50 ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। 5 ਮਿਲੀਅਨ 50 ਲੱਖ। ਕੁਐਸਚਨ ਨੰਬਰ 8, ਵੇਅਰ ਡੂ ਮੋਸਟ ਕਨਫਲਿਕਟਸ ਹੈਪਨ ਐਂਡ ਵਾਈ? ਸਭ ਤੋਂ ਵੱਧ ਟਕਰਾਅ ਜਿਹੜੇ ਹੈ ਉਹ ਕਿੱਥੇ ਅਤੇ ਕਿਉਂ ਹੁੰਦੇ ਹੈ? ਬੇਟਾ ਕੁਐਸਚਨ ਦੇ ਵਿੱਚੋਂ ਹੀ ਸ਼ੁਰੂ ਕਰਾਂਗੇ। ਮੋਸਟ ਕਨਫਲਿਕਟਸ ਹੈਪਨ ਇਨ ਪੂਅਰ ਕੰਟਰੀਜ਼, ਜਿਹੜੇ ਜ਼ਿਆਦਾ ਕਰਕੇ ਟਕਰਾਅ ਹੈ ਉਹ ਗਰੀਬ ਦੇਸ਼ਾਂ ਦੇ ਵਿੱਚ ਹੁੰਦੇ ਹੈ। ਵਿਚ ਆਰ ਬੈਡਲੀ ਗਵਰਨਡ, ਜਿੱਥੇ ਜਿਹੜਾ ਸ਼ਾਸਨ ਹੈ, ਰਾਜ ਪ੍ਰਬੰਧ ਹੈ, ਉਹ ਠੀਕ ਨਹੀਂ ਹੁੰਦਾ। ਕੁਐਸਚਨ ਨੰਬਰ 9, ਵਟ ਇਜ਼ ਦਾ ਬੈਸਟ ਵੇ ਟੂ ਪ੍ਰੀਵੈਂਟ ਕਨਫਲਿਕਟਸ? ਟੂ ਪ੍ਰੀਵੈਂਟ ਹੁੰਦਾ ਰੋਕਣਾ, ਕਨਫਲਿਕਟਸ ਹੋ ਗਏ ਟਕਰਾਅ। ਇਹਨਾਂ ਟਕਰਾਅ ਨੂੰ ਰੋਕਣ ਦਾ ਸਭ ਤੋਂ ਅੱਛਾ ਢੰਗ ਕਿਹੜਾ ਹੈ? ਆਨਸਰ ਕੀ ਹੈ? ਇਹਦੇ ਵਿੱਚੋਂ ਹੀ ਕੁਐਸਚਨ 'ਚੋਂ ਸ਼ੁਰੂ ਕਰਾਂਗੇ। ਟੂ ਪ੍ਰੀਵੈਂਟ ਕਨਫਲਿਕਟਸ ਅ ਨਿਊ ਪੋਲੀਟੀਕਲ ਸਿਸਟਮ ਸ਼ੁੱਡ ਬੀ ਪ੍ਰਮੋਟਡ। ਪੋਲੀਟੀਕਲ ਹੋ ਗਿਆ ਰਾਜਨੀਤਿਕ, ਇੱਕ ਨਵੀਂ ਰਾਜਨੀਤਿਕ ਪ੍ਰਣਾਲੀ ਨੂੰ ਪ੍ਰਮੋਟ ਕੀਤਾ ਜਾਣਾ ਚਾਹੀਦਾ ਹੈ ਜਾਂ ਬੜਾਵਾ ਦਿੱਤੇ ਜਾਣਾ ਚਾਹੀਦਾ ਹੈ। ਕੁਐਸਚਨ ਨੰਬਰ 10, ਵਟ ਇਜ਼ ਦਾ ਥਰਡ ਫੰਡਾਮੈਂਟਲ ਫਰੀਡਮ? ਤੀਸਰੀ ਮੁੱਢਲੀ ਆਜ਼ਾਦੀ ਕਿਹੜੀ ਹੈ? ਤਾਂ ਆਨਸਰ ਹੈ ਇਟ ਇਜ਼ ਦਾ ਫਰੀਡਮ ਆਫ ਫਿਊਚਰ ਜਨਰੇਸ਼ਨਸ ਟੂ ਸਸਟੇਨ ਦੇਅਰ ਲਾਈਵਸ ਔਨ ਦਿਸ ਅਰਥ। ਇਹ ਕੀ ਹੈ ਕਿ ਤੀਸਰੀ ਜਿਹੜੀ ਮੁੱਢਲੀ ਆਜ਼ਾਦੀ ਹੈ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ, ਫਿਊਚਰ ਜਨਰੇਸ਼ਨਸ ਹੈ, ਉਹ ਇਸ ਧਰਤੀ 'ਤੇ ਆਪਣੇ ਜੀਵਨ ਨੂੰ ਬਣਾ ਕੇ ਰੱਖ ਸਕਣ। ਇਸ ਗੱਲ ਦੀ ਉਹਨਾਂ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ। ਕੁਐਸਚਨ ਨੰਬਰ 11, ਹਾਊ ਇਜ਼ ਦਾ ਥਰਡ ਫੰਡਾਮੈਂਟਲ ਫਰੀਡਮ ਥ੍ਰੈਟਨਡ? ਜਿਹੜੀ ਸਾਡੀ ਤੀਸਰੀ ਮੁੱਢਲੀ ਆਜ਼ਾਦੀ ਹੈ ਉਹਨੂੰ ਕਿਸ ਤਰ੍ਹਾਂ ਦਾ ਖਤਰਾ ਹੈ? ਆਨਸਰ ਆਪਾਂ ਇਹਦੇ ਵਿੱਚੋਂ ਹੀ ਬਣਾਵਾਂਗੇ। ਦ ਥਰਡ ਫੰਡਾਮੈਂਟਲ ਫਰੀਡਮ ਇਜ਼ ਥ੍ਰੈਟਨਡ ਬਿਕੋਜ਼ ਵੀ ਆਰ ਪਲੰਡਰਿੰਗ, ਪਲੰਡਰਿੰਗ ਹੁੰਦਾ ਸਰਵਨਾਸ਼ ਕਰਨਾ, ਆਵਰ ਇਨਵਾਇਰਮੈਂਟਲ ਹੈਰੀਟੇਜ, ਕਿਉਂਕਿ ਅਸੀਂ ਆਪਣੇ ਵਾਤਾਵਰਨ ਦਾ ਸਰਵਨਾਸ਼ ਕਰੀ ਜਾ ਰਹੇ ਹਾਂ। ਕੁਐਸਚਨ ਨੰਬਰ 12, ਵਟ ਇਜ਼ ਦਾ ਓਲਡ ਅਫਰੀਕਨ ਵਿਜ਼ਡਮ ਦੈਟ ਦਾ ਆਊਥਰ ਰੈਫਰਸ ਟੂ? ਉਹ ਰਾਈਟਰ ਇਸ ਵਿੱਚ ਕਿਹੜੀ ਪ੍ਰਾਚੀਨ ਅਫਰੀਕਨ ਵਿਜ਼ਡਮ ਦਾ ਵਰਣਨ ਕਰਦਾ ਹੈ? ਤਾਂ ਆਨਸਰ ਆਪਣਾ ਹੀ ਰੈਫਰਸ ਟੂ ਦਾ ਓਲਡ ਅਫਰੀਕਨ ਵਿਜ਼ਡਮ ਦੈਟ ਦਾ ਅਰਥ ਇਜ਼ ਨਾਟ ਆਵਰਸ। ਰਾਈਟਰ ਇਸ ਪੁਰਾਣੀ ਅਫਰੀਕਨ ਵਿਜ਼ਡਮ ਦਾ ਵਰਣਨ ਕਰਦਾ ਹੈ ਕਿ ਜਿਹੜੀ ਧਰਤੀ ਹੈ ਉਹ ਸਾਡੀ ਨਹੀਂ ਹੈ। ਵੀ ਹੋਲਡ ਇਟ ਇਨ ਟਰਸਟ ਫॉर ਦਾ ਕਮਿੰਗ ਜਨਰੇਸ਼ਨਸ। ਅਸੀਂ ਤਾਂ ਇਸ ਵਿਸ਼ਵਾਸ ਦੇ ਨਾਲ ਰੱਖਿਆ ਹੋਇਆ ਹੈ ਕਿ ਇਹ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹਦੇ ਲਈ ਇੱਕ ਖਜ਼ਾਨਾ ਹੈ। ਕਮਿੰਗ ਜਨਰੇਸ਼ਨ, ਆਉਣ ਵਾਲੀ ਪੀੜ੍ਹੀ।
ਤਾਂ ਡੀਅਰ ਸਟੂਡੈਂਟਸ, ਆਈ ਹੋਪ ਤੁਹਾਨੂੰ ਇਹ ਸਾਰੇ ਕੁਐਸਚਨਸ ਅੱਛੀ ਤਰ੍ਹਾਂ ਸਮਝ ਆ ਗਏ ਹੋਣਗੇ। ਪਿਆਰੇ ਵਿਦਿਆਰਥੀਓ, ਇਸ ਦਾ ਕੁਐਸਚਨ ਨੰਬਰ 1 2 3 5 ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇੱਕ ਹੋਰ ਕੁਐਸਚਨ ਹੈ ਕੁਐਸਚਨ ਨੰਬਰ 11। ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ ਬੇਟੇ, ਇਹਨਾਂ ਨੂੰ ਤੁਸੀਂ ਜ਼ਰੂਰ ਅੱਛੀ ਤਰ੍ਹਾਂ ਯਾਦ ਕਰ ਲਓ ਅਤੇ ਨਾਲੇ ਆਪਣੀਆਂ ਕਾਪੀਆਂ ਦੇ ਉੱਪਰ ਨੋਟ ਕਰ ਲਓ। ਥੈਂਕ ਯੂ। ਹੈਵ ਏ ਨਾਈਸ ਡੇ।